Hello students, this is Ajitpal Singh from Apollo Academy Sangrur. So student, we have discussed about life processes in biology. ਆਪਾਂ ਨੂੰ ਪਤਾ ਲੱਗ ਗਿਆ ਕਿਹੜੀਆਂ ਚੀਜ਼ਾਂ ਆਪਣੀ ਜਿਉਂਦੇ ਰਹਿਣ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਜਿਨ੍ਹਾਂ ਤੋਂ ਬਿਨਾਂ ਆਪਣੀ ਜ਼ਿੰਦਗੀ ਚੱਲ ਹੀ ਨਹੀਂ ਸਕਦੀ। ਠੀਕ ਹੈ, ਉਹਦੇ ਵਿੱਚ ਆਪਾਂ 4 ਪ੍ਰੋਸੈਸ ਡਿਸਕਸ ਕੀਤੀਆਂ। ਇੱਕ ਹੋਰ ਪ੍ਰੋਸੈਸ ਆ ਜਿਹੜੀ ਆਪਣੀ ਲਾਈਫ ਪ੍ਰੋਸੈਸ ਦਾ ਹੀ ਹਿੱਸਾ ਹੋਣਾ ਚਾਹੀਦੀ ਆ, ਆਪਣੀ ਬੋਡੀ ਤੇ ਕੰਟਰੋਲ। ਹੈ ਨਾ, ਹੁਣ मैं रोटी खा रहा चंगी, मैं खाना खा रहा, मैं साह लै रहा, मेरा ब्लड हार्ट पंप कर रहा, मेरी किडनी चंगी तरह काम कर रही है, पर जे मैं ऐसे दिमाग का बंदा होवां, मैं जाके बस मूहरे खड़ जावां भी भाई मैनू चक दे, आ जा मार दे, फिर कि मैं बच सकूँगा? नहीं बच सकूँगा। ਇਹਦਾ मतलब मेरी बॉडी ते मेरा कंट्रोल होना चाहिए, इट इज़ अटमोस्ट नैसेसिटी। ठीक है, तो वो कंट्रोल कौन करूँगा मेरे एक्शनस ते? वो एक्शनस ते कंट्रोल करूँगा मेरा ब्रेन, ਤੇ ਮੇਰੀ ਬੋਡੀ ਦੇ ਹੋਰ ਫੰਕਸ਼ਨਸ ਤੇ ਇੱਕ ਚੀਜ਼ ਹੋਰ ਕੰਟਰੋਲ ਕਰੂਗੀ, ਮੇਰੇ ਹਾਰਮੋਨਸ। ਠੀਕ ਹੈ, ਤਾਂ ਆਪਣੀ ਬੋਡੀ ਤੇ ਆਪਣਾ ਕੰਟਰੋਲ ਚਾਹੀਦਾ ਆਪਾਂ ਨੂੰ। ਠੀਕ ਹੈ, ਉਹ ਕੰਟਰੋਲ ਕਰਨ ਦੇ ਵਿੱਚ ਆਪਣੀ ਹੈਲਪ ਕੌਣ ਕਰ ਰਿਹਾ? ਆਪਣਾ ਬ੍ਰੇਨ ਕਰ ਰਿਹਾ। ਠੀਕ ਹੈ, ਬ੍ਰੇਨ ਇਕੱਲਾ ਹੀ ਥੋੜੀ ਆ, ਬ੍ਰੇਨ ਦੇ ਕੁਝ ਏਜੰਟ ਹੋਣਗੇ ਜਿਹੜੀ ਆਪਣੀ ਬੋਡੀ ਦੇ ਵਿੱਚ ਕੰਮ ਕਰ ਰਹੇ ਹੋਣਗੇ। ਉਹ ਕਿਵੇਂ ਕੰਮ ਕਰਦੇ ਨੇ, ਕਿਸ ਤਰ੍ਹਾਂ ਕੰਮ ਕਰਦੇ ਨੇ, ਕਿਵੇਂ ਆਪਾਂ ਨੂੰ ਪ੍ਰੋਸੈਸਿੰਗ ਦਿੰਦੇ ਨੇ, ਉਹ ਸਾਰਾ ਕੁਝ ਆਪਾਂ ਇਸ ਚੈਪਟਰ ਦੇ ਵਿੱਚ ਪੜ੍ਹਨਾ, ਜਿਹਦਾ ਨਾਮ ਆ ਬੇਟਾ ਜੀ ਕੰਟਰੋਲ ਐਂਡ ਕੋਆਰਡੀਨੇਸ਼ਨ। ਠੀਕ ਹੈ ਜੀ, ਕੰਟਰੋਲ ਐਂਡ ਕੋਆਰਡੀਨੇਸ਼ਨ। ਹੁਣ ਕੰਟਰੋਲ ਦਾ ਮਤਲਬ ਸਿਰਫ ਇਹ ਨਹੀਂ ਹੈਗਾ ਵੀ ਮੇਰੇ ਅੰਗਾਂ ਪੈਰਾਂ ਤੇ ਕੰਟਰੋਲ, ਨਹੀਂ 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 ਨਹੀਂ, मेरे ग्रोथ ते कंट्रोल, मेरे मैटाबॉलिज्म ते कंट्रोल। ठीक है, मैटाबॉलिज्म मतलब फूड का सैल तक जाना, सैल का उत्थे प्रोसैस होना, फूड का फिर ATP बनना, ये ते कंट्रोल। मेरिया बीमारियां ते कंट्रोल। ठीक है जी, ते मेरे मतलब मैटाबॉलिज्म हो गया, मेरा हो गया सारा, मेरी बॉडी ग्रोथ कंट्रोल हो गया, सारी चीज़ ते कंट्रोल। सारी चीज़ ते कंट्रोल बेटा, ते अपनी पूरी बॉडी ते कंट्रोल करन लई एक तां ब्रेन है, जेड़ा सिस्टम ब्रेन नाल डील करदा उहनूं आपां कहने आ नर्वस सिस्टम। दैट इज कॉल्ड नर्वस सिस्टम। ठीक है बेटा, नर्वस सिस्टम अगे नर्वस सिस्टम के 3 पार्ट होंगे ने। ठीक है, CNS कहने उन्होंने आप CNS सेंट्रल नर्वस सिस्टम। ये 3 पार्ट ने। नंबर 1 तो हैगा ब्रेन, नंबर 2 हैगा स्पाइनल कॉर्ड, नंबर 3 हैगे ने न्यूरॉन्स। ठीक है जी, ये तिन्ने मिलके CNS बनाते हैं सेंट्रल नर्वस सिस्टम। ये अपनी बॉडी ते कंट्रोल करते हैं मोटर एक्टिविटीज़ ते, ऐ हिलन डुलन ते। असल दे विच की हो रहा है, बाहर कोई भी चेंज आउंदी आ, चाहे वो चेंज हीट दा गा, चाहे वो चेंज लाइट ज़्यादा आ रही है, ठीक है, चाहे अपने कोई थप्पड़ मारना आ रहा, वो भी चेंज हो गया, एनवायरनमेंट चेंज हो गया। ठीक है, चाहे बेटा अपने आपां कोई खाधी चीज़ वो कौड़ी लग रही है, वो भी एनवायरनमेंट चेंज हो गया। ਇਹੋ ਜਿਹੇ चेंजिस ਜਿਹਦੇ ਕਰਕੇ ਆਪਣਾ ਦਿਮਾਗ ਆਪਦੇ ਆਪ ਨੂੰ ਪ੍ਰੋਸੈਸ ਕਰਵਾਉਂਦਾ, दैट इज़ कॉल्ड स्टिमुली। ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? स्टिमुली। स्टिमुली बेटा एनवायरनमेंट चेंजिस ਹੁੰਦੇ ਨੇ। स्टिमुली आर दा एनवायरनमेंट चेंजिस। ਉਹ चेंजिस ਜਿਹੜੇ ਆਪਾਂ रिसीव करांगे एनवायरनमेंट चों, ਤੇ ਆਪਣੀ ਬੋਡੀ ਦੇ ਵਿੱਚ ਉਹ ਕੀ ਹੋਣਗੇ? ਚਲੇ ਜਾਣਗੇ। ਫਿਰ ਆਪਣਾ ਦਿਮਾਗ ਉਹਨਾਂ ਚੇਂਜਸ ਅਕੋਰਡਿੰਗ ਆਪਦੇ ਆਪ ਨੂੰ ਢਾਲੂਗਾ ਤੇ ਆਪਣੀ ਬੋਡੀ ਨੂੰ ਆਦੇਸ਼ ਦੋ ਵੀ ਇਸ ਤਰ੍ਹਾਂ ਕਰ ਜੇ ਤੂੰ ਇਸ ਸਿਚੁਏਸ਼ਨ ਚੋਂ ਨਿਕਲਣਾਗਾ, ਹੈ ਨਾ, ਵੀ ਜੇ ਤੂੰ ਫਰੂਟਫੁਲ ਆਊਟਕਮ ਲੈ ਕੇ ਆਉਣੀ ਆ ਤਾਂ ਤੂੰ ਇਸ ਤਰ੍ਹਾਂ ਕਰ। ਤਾਂ ਉਹਦੇ ਲਈ ਉਹਨੂੰ 2 ਹੈਲਪਰਾਂ ਦੀ ਲੋੜ ਪੈਂਦੀ ਆ। ਇੱਕ ਹੈਲਪਰ ਉਹਦਾ ਸਪਾਈਨਲ ਕਾਰਡ ਹੁੰਦਾ, ਦੂਜਾ ਨਿਊਰੋਨ ਹੁੰਦੇ ਨੇ। ਠੀਕ ਹੈ, ਤਾਂ ਬ੍ਰੇਨ ਸੈਂਟਰ ਨਰਵਸ ਸਿਸਟਮ। ਹੁਣ ਬ੍ਰੇਨ ਜਿਹੜਾ ਹੈਗਾ, ਬ੍ਰੇਨ ਤਾਂ ਇਸ ਤਰ੍ਹਾਂ ਦੇ ਕੰਮ ਕਰੂਗਾ ਨਾ, एनवायरनमेंट 'ਚ ਕੀ ਚੇਂਜ ਆਏਗਾ, बट अपनी ग्रोथ ये भी कंट्रोल का ही हिस्सा। ठीक है, ग्रोथ ते कंट्रोल होना, आपनों अपने जज्बातां ते कंट्रोल होना। ठीक है, तो अपने सैल्स ते कंट्रोल होना चाहिए गा।
ਹੁਣ ਜਿਹੜਾ ਦਿਮਾਗ ਦਾ ਕੰਮ ਆ, ਦਿਮਾਗ ਆਪਣੇ ਸੈਲਸ ਤੇ ਕੰਟਰੋਲ ਨਹੀਂ ਕਰ ਸਕਦਾ। ਦਿਮਾਗ ਇਜ਼ ਅਨੇਬਲ ਟੂ ਕੰਟਰੋਲ ਆਵਰ ਸੈਲਸ। ਉਹ ਆਪਣੇ ਸਿਰਫ ਕਿਤੇ ਕੰਟਰੋਲ ਕਰ ਸਕਦਾ, ਉਹ ਆਪਣੇ ਮੋਟਰ ਮਸਲਸ ਤੇ ਕੰਟਰੋਲ ਕਰ ਸਕਦਾ, ਬਸ ਦਿਮਾਗ ਦਾ ਇੰਨਾ ਕੰਮ ਆ। ਉਹ ਆਪਣੀਆਂ ਫੀਲਿੰਗਸ ਤੇ ਕੰਟਰੋਲ ਨਹੀਂ ਕਰ ਸਕਦਾ, ਠੀਕ ਹੈ। ਉਹ ਆਪਣੀ ਗਰੋਥ ਤੇ ਕੰਟਰੋਲ ਨਹੀਂ ਕਰ ਸਕਦਾ। ਹੁਣ ਸੋਚ ਜਾ ਤਾਂ ਮੈਂ ਵੀ ਮੈਂ 6 ਫੁੱਟ ਦਾ ਹੋ ਜਾ, ਸੋਚ ਰਿਹਾ, ਦਿਮਾਗ ਮੇਰਾ ਪ੍ਰੋਸੈਸ ਕਰ ਰਿਹਾ ਕਿ ਮੈਂ ਹੋ ਜਾਊਂਗਾ ਨਹੀਂ ਹੋਊਂਗਾ। ਉਹਨਾਂ ਤੇ ਕੰਟਰੋਲ ਕੌਣ ਕਰੂਗਾ? ਉਹਨਾਂ ਤੇ ਕੰਟਰੋਲ ਕਰੂ ਮੇਰਾ ਐਂਡੋਕਰਾਈਨ ਸਿਸਟਮ, ਗਲੈਂਡਸ ਕੰਟਰੋਲ ਕਰਨਗੇ। ਤਾਂ ਦੂਜਾ ਸਿਸਟਮ ਕੀ ਆ ਕੰਟਰੋਲ ਐਂਡ ਕੋਆਰਡੀਨੇਸ਼ਨ ਦੇ ਵਿੱਚ? ਐਂਡੋਕਰਾਈਨ ਸਿਸਟਮ। ਤਾਂ ਇਹ ਵੀ ਆਪਾਂ ਰੀਡ ਕਰਾਂਗੇ ਬੇਟਾ ਇਸ ਚੈਪਟਰ ਦੇ ਵਿੱਚ। ਇਹਦੇ ਵਿੱਚ ਹਾਰਮੋਨਸ ਐਂਡ ਗਲੈਂਡਸ ਆਉਣਗੇ। ਹਾਰਮੋਨਸ ਕੀ ਨੇ ਤੇ ਗਲੈਂਡਸ ਕੀ ਨੇ, ਇਹਨਾਂ ਬਾਰੇ ਮੈਂ ਤੁਹਾਨੂੰ ਹਲਕਾ ਦੱਸ ਦਿੰਦਾ ਬੇਟਾ। ਹਾਰਮੋਨਸ ਆਪਣੀ ਬੋਡੀ ਦੇ ਵਿੱਚ ਕੈਮੀਕਲ ਸਕ੍ਰੀਟ ਹੁੰਦੇ ਨੇ, ਜਿਹੜੀ ਆਪਣੀ ਗਰੋਥ, ਆਪਣੀ ਨੇਚਰ, ਆਵਾਜ਼ ਦੇ ਵਿੱਚ ਭਾਰੀਪਣ ਆਉਣਾ, ਪਤਲਾਪਣ ਆਉਣਾ, ਮੂੰਹ ਤੇ ਦਾੜੀ ਉੱਗਣੀ, ਠੀਕ ਹੈ, ਇਸ ਤਰ੍ਹਾਂ ਦੇ ਕੰਮਾਂ ਨੂੰ ਕੰਟਰੋਲ ਕਰਦੇ ਨੇਗੇ, ਆਪਣੀ ਗਰੋਥ ਨੂੰ ਕੰਟਰੋਲ ਕਰਦੇ ਨੇ, ਠੀਕ ਹੈ। ਉਹ ਨੇ ਹਾਰਮੋਨਸ, ਉਹ ਕੈਮੀਕਲਸ ਨੇ, ਠੀਕ ਹੈ। ਉਹ ਡਾਇਰੈਕਟਲੀ ਬਲੱਡ ਸਟਰੀਮ ਦੇ ਵਿੱਚ ਚਲੇ ਜਾਂਦੇ ਨੇ ਕਿਸੇ ਇੱਕ ਜਗ੍ਹਾ ਤੋਂ, ਠੀਕ ਹੈ, ਬਲੱਡ ਸਟਰੀਮ ਦੇ ਵਿੱਚ ਚਲੇ ਜਾਣਗੇ ਤੇ ਇਕੱਲੇ-ਇਕੱਲੇ ਸੈੱਲ ਤੱਕ ਪਹੁੰਚ ਜਾਣਗੇ। ਜਦ ਕਿ ਜਿਹੜੇ ਨਿਊਰੋਨਸ ਨੇ ਜਾਂ ਫਿਰ ਆਪਾਂ ਕਹਿ ਦਈਏ ਜਿਹੜੇ ਨਰਵਸ ਟਿਸ਼ੂ ਨੇ, ਉਹ ਇਕੱਲੇ-ਇਕੱਲੇ ਸੈੱਲ ਤੱਕ ਨਹੀਂ ਪਹੁੰਚ ਸਕਦੇ। ਤਾਂ ਹੀ ਆਪਾਂ ਨੂੰ ਦੂਜੇ ਸਿਸਟਮ ਦੀ ਲੋੜ ਪਈ ਜਿਹੜਾ ਹਰੇਕ ਸੈੱਲ ਤੱਕ ਪਹੁੰਚਦਾ ਹੋਵੇ, ਦੈਟ ਇਜ਼ ਐਂਡੋਕਰਾਈਨ ਸਿਸਟਮ, ਠੀਕ ਹੈ ਬੇਟਾ। ਇਹ ਹਰੇਕ ਸੈੱਲ ਤੱਕ ਪਹੁੰਚਦਾ, ਇਹਦਾ ਕੈਮੀਕਲ ਆ ਹਰੇਕ ਸੈੱਲ ਤੱਕ ਪਹੁੰਚੂ, ਉੱਥੇ ਡਿਜ਼ਾਇਰੇਬਲ ਚੇਂਜਸ ਲੈ ਕੇ ਆਊਗਾ, ਠੀਕ ਹੈ, ਡਿਜ਼ਾਇਰੇਬਲ ਚੇਂਜਸ ਲੈ ਕੇ ਆਊਗਾ। ਇਹ ਉਦੋਂ ਲੋੜ ਪੈਂਦੀ ਆ ਜਦੋਂ ਮਤਲਬ ਤੁਸੀਂ ਐਂ ਲਾ ਕੇ ਚੱਲੋ, ਜਿਹੜੇ ਇਹ ਆ ਜਿਹੜਾ ਇਹ ਕੰਮ, ਇਹ ਬਹੁਤ ਸਪੀਡੀ ਹੁੰਦਾ, ਇਹ ਸਪੀਡ ਨਾਲ ਕੰਮ ਕਰਦਾ ਰੈਦਰ ਦੈਨ ਆਪਣੇ ਨਰਵਸ ਸਿਸਟਮ। ਦੇਖੋ ਨਰਵਸ ਸਿਸਟਮ ਵੀ ਬਹੁਤ ਸਪੀਡ ਨਾਲ ਕੰਮ ਕਰਦਾ, ਪਰ ਉਦੋਂ ਵੀ ਜ਼ਿਆਦਾ ਜੇ ਆਪਾਂ ਇਕੱਲੇ ਸੈੱਲ ਨੂੰ ਇਨਫੋਰਮੇਸ਼ਨ ਦੇਣੀ ਹੋਵੇ ਕਿਸੇ ਸਟਿਮੂਲੀ ਦੀ, ਤਾਂ ਉੱਥੇ ਐਂਡੋਕਰਾਈਨ ਸਿਸਟਮ ਕੰਮ ਆਉਂਦਾ, ਨਰਵਸ ਸਿਸਟਮ ਨਹੀਂ ਕੰਮ ਆਉਂਦਾ। ਬਟ ਅੱਜ ਦਾ ਜਿਹੜਾ ਆਪਣਾ ਮੁੱਖ ਕੰਮ ਆ, ਆਪਾਂ ਐਂਡੋਕਰਾਈਨ ਸਿਸਟਮ ਤਾਂ ਅਲੱਗ ਟੌਪਿਕ ਆ, ਅਲੱਗ ਤੋਂ ਡਿਸਕਸ ਕਰਾਂਗੇ। ਅੱਜ ਦਾ ਜਿਹੜਾ ਆਪਣਾ ਮੇਨ ਟੌਪਿਕ ਆ ਉਹ ਹੈਗਾ ਨਰਵਸ, ਸੈਂਟਰਲ ਨਰਵਸ ਸਿਸਟਮ। ਤੇ ਸੈਂਟਰਲ ਨਰਵਸ ਸਿਸਟਮ ਦੇ ਵਿੱਚ ਆਪਾਂ ਜੋ ਡਿਸਕਸ ਕਰਾਂਗੇ ਅੱਜ, ਉਹ ਆਪਾਂ ਕਰਾਂਗੇ ਫੰਡਾਮੈਂਟਲ ਯੂਨਿਟ ਆਫ ਨਰਵਸ ਸਿਸਟਮ, ਦੈਟ ਇਜ਼ ਨਿਊਰੋਨਸ, ਠੀਕ ਹੈ। ਨਿਊਰੋਨਸ ਦੇ ਕਲੈਕਸ਼ਨ ਨੂੰ ਹੀ ਨਰਵਸ ਸਿਸਟਮ ਬੋਲਿਆ ਜਾਊਗਾ। ਨਿਊਰੋਨਸ ਦੇ ਕਲੈਕਸ਼ਨ ਨੂੰ ਬੋਲਿਆ ਜਾਊਗਾ ਨਰਵਸ ਟਿਸ਼ੂ। ਨਰਵਸ ਟਿਸ਼ੂ ਇਕੱਠੇ ਹੋ ਕੇ ਬਣਾ ਦੇਣਗੇ ਨਰਵਸ ਸਿਸਟਮ, ਪਰ ਇਕੱਲੇ ਟਿਸ਼ੂ ਸਿਸਟਮ ਨਹੀਂ ਬਣਾ ਸਕਦੇ। ਟਿਸ਼ੂਜ਼ ਦੇ ਨਾਲ ਸਪਾਈਨਲ ਕਾਰਡ ਵੀ ਚਾਹੀਦੀ ਆ, ਨਾਲ ਦੀ ਨਾਲ ਬ੍ਰੇਨ ਵੀ ਚਾਹੀਦਾ, ਠੀਕ ਹੈ। ਤੇ ਅੱਜ ਜੋ ਆਪਾਂ ਡਿਸਕਸ ਕਰਨਾ, ਉਹ ਆਪਾਂ ਡਿਸਕਸ ਕਰਨਾਗਾ ਨਿਊਰੋਨਸ ਬਾਰੇ। ਸਟਿਮੂਲੀ ਤੁਹਾਨੂੰ ਪਤਾ ਲੱਗ ਗਈ, ਠੀਕ ਹੈ। ਨਹੀਂ ਲੱਗੀ ਤਾਂ ਅਗਲੇ ਆਪਾਂ ਜਦੋਂ ਡਿਸਕਸ ਕਰਾਂਗੇ ਨਾ ਨਿਊਰੋਨਸ ਨੂੰ, ਉਹਦੇ ਵਿੱਚ ਮੈਂ ਤੁਹਾਨੂੰ ਸਟਿਮੂਲੀ ਹੋਰ ਡਿਟੇਲ ਦੇ ਵਿੱਚ ਸਮਝਾਊਂਗਾ, ਠੀਕ ਹੈ। ਫਿਲਹਾਲ ਇੱਕ ਰੱਖੋ ਵੀ ਕੋਈ ਵੀ ਚੀਜ਼ ਜਿਹੜਾ এনवायरमेंट 'ਚ ਚੇਂਜ ਆਉਂਦਾ, ਦੈਟ ਇਜ਼ ਅ ਸਟਿਮੂਲੀ। ਜਿਹੜੀ ਚੀਜ਼ ਆਪਣੇ ਦਿਮਾਗ ਨੂੰ ਕੀ ਕਰੇ, ਜਿਹੜੀ ਚੀਜ਼ ਆਪਣੇ ਦਿਮਾਗ ਨੂੰ ਕੁਝ ਕਰਨ ਲਈ ਮਜਬੂਰ ਕਰੇ, ਦੈਟ ਇਜ਼ ਸਟਿਮੂਲੀ, ਠੀਕ ਹੈ। ਤਾਂ ਉਹ ਜਿਹੜੀ ਸਟਿਮੂਲੀ ਆ ਉਹ ਦੋ ਤਰ੍ਹਾਂ ਦੀ ਹੁੰਦੀ ਆ। ਕਈ ਵਾਰ ਤਾਂ ਉਹ ਆਪਣੀ ਬਾਡੀ ਨੂੰ ਨੁਕਸਾਨ ਪਹੁੰਚਾਉਣ ਲਈ ਹੁੰਦੀ ਆ ਉਹ ਸਟਿਮੂਲੀ, ਤਾਂ ਵੀ ਆਪਣਾ ਦਿਮਾਗ ਆਪਣੀ ਬਾਡੀ ਨੂੰ ਬਚਾਉਣ ਲਈ ਕੁਝ ਸਟੈਪ ਲੈਂਦਾ ਹੈਗਾ, ਠੀਕ ਹੈ। ਕਈ ਵਾਰ ਉਹ ਸਟਿਮੂਲੀ ਬੈਨੀਫੀਸ਼ੀਅਲ ਹੁੰਦੀ ਆ, ਫਿਰ ਵੀ ਆਪਣਾ ਦਿਮਾਗ ਕੀ ਲੈਂਦਾ, ਸਟੈਪ ਲੈਂਦਾ ਹੈਗਾ, ਠੀਕ ਹੈ ਬੇਟਾ। ਤਾਂ ਇੱਕ ਮੇਨ ਜਿਹੜਾ ਆਪਣਾ ਹੈਗਾ ਉਹ ਬ੍ਰੇਨ ਹੈ। ਬ੍ਰੇਨ ਦੇ ਬਾਰੇ ਆਪਾਂ ਬਾਅਦ ਚ ਡਿਸਕਸ ਕਰਾਂਗੇ। ਬ੍ਰੇਨ ਤੇ ਸਪਾਈਨਲ ਕਾਰਡ ਇਕੱਠੇ ਡਿਸਕਸ ਹੋਣਗੇ ਅੱਜ ਵਾਲੇ ਚੈਪਟਰ ਤੋਂ ਬਾਅਦ। ਨਿਊਰੋਨਸ ਆਪਾਂ ਇਸ ਵਾਲੇ ਚੈਪਟਰ ਦੇ ਵਿੱਚ ਹੀ ਡਿਸਕਸ ਕਰ ਲਾਂਗੇ। ਨਿਊਰੋਨਸ ਕੀ ਨੇ, ਨਿਊਰੋਨਸ ਦਾ ਕੀ ਸਟਰਕਚਰ ਹੈ, ਨਿਊਰੋਨਸ ਕੰਮ ਕਿਵੇਂ ਕਰਦੇ ਨੇ, ਠੀਕ ਹੈ ਬੇਟਾ। ਤਾਂ ਇਹ ਸਾਰਾ ਕੁਝ, ਕਿਉਂਕਿ ਜੇ ਇੱਕ ਵਾਰ ਤੁਹਾਨੂੰ ਨਿਊਰੋਨ ਸਮਝ ਆ ਗਿਆ ਨਾ, ਤੁਹਾਨੂੰ ਬਾਕੀ ਸਾਰੀ ਚੀਜ਼ ਸਮਝ ਆ ਜੂਗੀ, ਠੀਕ ਹੈ। ਤੁਹਾਨੂੰ ਸਮਝ ਆ ਜੂ ਵੋਲੰਟਰੀ ਐਕਸ਼ਨਸ, ਇਨਵੋਲੰਟਰੀ ਐਕਸ਼ਨਸ ਐਂਡ ਰਿਫਲੈਕਸ ਐਕਸ਼ਨ, ਜਿਹੜਾ ਕਿ ਆਪਾਂ ਕੱਲ੍ਹ ਨੂੰ ਕਰਨਾ ਵੈਸੇ ਤਾਂ, ਠੀਕ ਹੈ। ਤਾਂ ਨਿਊਰੋਨਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤਾਂ ਅੱਜ ਆਪਾਂ ਸ਼ੁਰੂ ਕਰਦੇ ਹਾਂ ਨਿਊਰੋਨਸ ਤੋਂ। ਤਾਂ ਮੈਂ ਤੁਹਾਡੇ ਮੂਹਰੇ ਡਾਇਗਰਾਮ ਪ੍ਰੈਜ਼ੈਂਟ ਕਰੂੰਗਾ ਬੇਟਾ, ਠੀਕ ਹੈ। ਤੇ ਇਹ ਚੀਜ਼ ਸਮਝੋ ਵੀ ਆਪਣੇ ਕੋਲ ਦੋ ਕੰਟਰੋਲ ਤੇ ਕੋਆਰਡੀਨੇਸ਼ਨ ਦੇ ਸਿਸਟਮ ਨੇ। ਵਨ ਇਜ਼ ਨਰਵਸ ਸਿਸਟਮ, CNS, ਸੈਂਟਰਲ ਨਰਵਸ ਸਿਸਟਮ, ਐਂਡ ਅਦਰ ਇਜ਼ योर एंडोक्राइन सिस्टम, ठीक है बेटा। देन वी विल नाउ मूव टू न्यूरॉन्स। हाँ जी स्टूडेंट्स, हुण आपां गल करांगे नर्वस टिशू दी।
ਹੁਣ ਆਪਾਂ ਹੁਣ तक देखा भी ਜਿਹੜਾ ਆਪਣਾ एक ਪ੍ਰੋਪਰ एक ਨਰਵਸ ਸਿਸਟਮ ਆ, ਨਰਵਸ ਸਿਸਟਮ ਦੇ ਵਿੱਚ ਕੀ ਕੁਛ ਆ ਜਾਂਦਾ ਬੇਟਾ, ਨਰਵਸ ਸਿਸਟਮ ਦੇ ਵਿੱਚ ਆਪਣੇ ਕੋਲ ਇੱਕ ਤਾਂ ਆਪਣਾ ਬ੍ਰੇਨ ਆ ਜਾਂਦਾ, ਫਿਰ ਬ੍ਰੇਨ ਤੋਂ ਨਿਕਲਣ ਵਾਲੀ ਸਪਾਈਨਲ ਕਾਰਡ ਆ ਜਾਂਦੀ ਆ, ਸਪਾਈਨਲ ਕਾਰਡ ਤੋਂ ਨਿਕਲਣ ਤੋਂ ਬਾਅਦ ਉਹ ਸਪਾਈਨਲ ਕਾਰਡ ਦੇ ਵਿੱਚੋਂ ਬਹੁਤ ਹੀ ਮਹੀਨ ਤਾਰਾਂ ਨਿਕਲਦੀਆਂ ਨੇ, ਤਾਰਾਂ ਵਰਗੀ ਚੀਜ਼ ਹੁੰਦੀ ਆ, ਠੀਕ ਹੈ, ਉਹਨਾਂ ਨੂੰ ਆਪਾਂ ਨਰਵਸ ਕਹਿ ਦਿੰਦੇ ਆ। ਉਹ ਨਰਵਸ ਆਪਣੀ ਸਪਾਈਨਲ ਕਾਰਡ ਇਹ ਬਣੀਆਂ ਕਿਹਦੀਆਂ ਹੁੰਦੀਆਂ ਨੇ ਬੇਟਾ, ਇਹ ਇੱਕ ਖਾਸ ਤਰ੍ਹਾਂ ਦੇ ਸੈੱਲ ਦੀਆਂ ਬਣੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਨਿਊਰੋਨਸ ਕਹਿੰਦੇ ਆ। ਤਾਂ ਨਰਵਸ ਟਿਸ਼ੂ ਤੇ ਨਿਊਰੋਨ ਜਾਂ ਫਿਰ ਨਰਵ ਸੈੱਲ ਇਹ ਸਾਰੀ ਚੀਜ਼ ਇੱਕੋ ਹੀ ਆ। ਟਿਸ਼ੂ ਦਾ ਮਤਲਬ ਕੀ ਆ, ਜਦੋਂ ਜ਼ਿਆਦਾ ਨੰਬਰ ਆਫ ਨਿਊਰੋਨਸ ਲੱਗੇ ਹੋਣਗੇ ਇੱਕ ਜਗ੍ਹਾ ਤੇ that will become a tissue, ਠੀਕ ਹੈ। ਜਦੋਂ ਇੱਕ ਨਿਊਰੋਨ ਹੋਊ that will become a cell, ਕਿਉਂਕਿ ਆਪਾਂ ਨੂੰ ਸੈੱਲ ਤੇ ਟਿਸ਼ੂ ਦਾ ਫਰਕ ਪਤਾ ਹੀ ਆ। ਤਾਂ ਜੇ ਆਪਾਂ ਫੰਡਾਮੈਂਟਲ ਥਿੰਗ ਪੜ੍ਹਨੀ ਆ ਆਪਣੇ ਨਰਵਸ ਸਿਸਟਮ ਦੀ then that is your neuron। ਤਾਂ ਹੁਣ ਆਪਾਂ ਨਿਊਰੋਨ ਦਾ ਸਟਰਕਚਰ ਕਰਦੇ ਆ ਤੇ ਨਿਊਰੋਨ ਬਾਰੇ ਗੱਲਾਂ ਸਮਝਦੇ ਆ ਬੇਟਾ। ਤਾਂ ਨਿਊਰੋਨ ਕੀ ਆ ਬੇਟਾ, ਕਿ ਇਸ ਤਰ੍ਹਾਂ ਦਾ ਆਪਣੇ ਕੋਲ ਇੱਕ ਸੈੱਲ ਹੁੰਦਾ, ਇਹ ਸੈੱਲ ਸਫੈਰੀਕਲ ਨਹੀਂ ਹੁੰਦਾ, ਇਹ ਇਸ ਸ਼ੇਪ ਦਾ ਹੀ ਸੈੱਲ ਹੁੰਦਾ ਗਾ, ਠੀਕ ਹੈ। ਇਹ ਤੋਂ ਬਾਅਦ ਆਪਾਂ ਇਹਦੀ ਵਰਕਿੰਗ ਦੇਖਾਂਗੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਪਾਰਟਸ, ਵੇਰੀਅਸ ਪਾਰਟਸ ਦੇਖਦੇ ਹਾਂ, ਕਿਉਂਕਿ ਤੁਹਾਨੂੰ MCQ ਦੇ ਵਿੱਚ ਇਹ ਪਾਰਟਸ ਲੇਬਲ ਕਰਨੇ ਆਉਣਗੇ ਹੀ ਆਉਣਗੇ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਬੇਟਾ, ਇਹ ਸੈੱਲ ਬੋਡੀ ਹੈ, ਦਿਸ ਏਰੀਆ, ਏਰੀਆ ਸੈੱਲ ਬੋਡੀ ਹੈ, ਠੀਕ ਹੈ। ਸਾਈਟੋਨ ਵੀ ਕਹਿ ਦਿੰਦੇ ਨੇ ਇਹਨੂੰ, ਇਹਨੂੰ ਕੀ ਕਹਿ ਦਿੰਦੇ ਨੇ, ਸਾਈਟੋਨ, CYTON, ਸਾਈਟੋਨ ਔਰ ਸੈੱਲ ਬੋਡੀ, ਠੀਕ ਹੈ। ਸੈੱਲ ਬੋਡੀ ਦੇ ਵਿੱਚ ਕੀ ਕੁਝ ਪ੍ਰੈਜ਼ੈਂਟ ਹੋਊਗਾ, ਸੈੱਲ ਬੋਡੀ ਦੇ ਵਿੱਚ ਆਬਵੀਅਸਲੀ ਸੈੱਲ ਵਾਲੀਆਂ ਚੀਜ਼ਾਂ, ਮਾਈਟੋਕੌਂਡਰੀਆ, ਐਂਡੋਪਲਾਜ਼ਮਿਕ ਰੈਟੀਕੂਲਮ, ਨਿਊਕਲੀਅਸ, ਰਾਈਬੋਸੋਮਸ, ਬਲਾਨਾ ਵਗੈਰਾ ਵਗੈਰਾ ਸਾਰਾ ਕੁਝ ਹੋਊਗਾ। ਪਰ ਨਿਊਰੋਨ ਦੇ ਵਿੱਚ ਜਾਂ ਨਰਵ ਸੈੱਲ ਦੇ ਵਿੱਚ ਇੱਕ ਚੀਜ਼ ਜ਼ਿਆਦਾ ਇੰਪੋਰਟੈਂਟਲੀ ਪ੍ਰੈਜ਼ੈਂਟ ਹੁੰਦੀ ਆ, ਜਿਹੜੀ ਕਿਸੇ ਹੋਰ ਸੈੱਲ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੁੰਦੀ। ਦੈਟ ਇਜ਼ ਦਿਸ ਕਾਈਂਡ ਆਫ ਗ੍ਰੈਨੂਲਸ ਨੋਨ ਐਜ਼ ਨਿਸਲਸ ਗ੍ਰੈਨੂਲ। So Nissel's granule are the characteristic of nervous tissue or you can say neuron। Neuron ਦਾ characteristic ਇਹਦਾ ਕੀ ਆ, neuron ਦਾ characteristic ਹੈਗਾ ਤੁਹਾਡਾ Nissel's granule, ਠੀਕ ਹੈ। Nissel's granule ਬੇਟਾ neuron ਦਾ characteristic ਅਲੱਗ ਤੋਂ ਚੀਜ਼ ਆ ਇਹ, ਠੀਕ ਹੈ। ਇਹ ਕਿਸੇ ਵੀ ਹੋਰ ਸੈੱਲ 'ਚ ਨਹੀਂ ਪਾਈ ਜਾਂਦੀ। ਨੈਕਸਟ, ਇਹਦੇ ਵਿੱਚੋਂ ਨਾ ਫਿੰਗਰ ਲਾਈਕ ਪ੍ਰੋਜੈਕਸ਼ਨਸ ਨਿਕਲਦੀਆਂ ਨੇ ਬਾਹਰਲੇ ਪਾਸੇ ਨੂੰ। These are called dendrites। ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਡੈਂਡਰਾਈਟਸ ਕਹਿੰਦੇ ਆ, ਠੀਕ ਹੈ ਬੇਟਾ, ਡੈਂਡਰਾਈਟਸ ਕਹਿੰਦੇ ਆ। ਡੈਂਡਰਾਈਟਸ ਇਹਦੇ ਵਿੱਚੋਂ ਇੱਕ ਬਹੁਤ ਹੀ ਯੂਨੀ ਡਾਇਆਮੀਟਰ ਵਾਲੀ ਇੱਕੋ ਹੀ ਤਰ੍ਹਾਂ ਦਾ ਡਾਇਆਮੀਟਰ ਹੁੰਦਾ ਇਹਦਾ ਸਾਰੇ ਕਿਤੇ, ਇੱਕ ਮਤਲਬ ਯੂ ਕੈਨ ਸੇ ਟੇਲ ਨਿਕਲਦੀ ਆ, ਸੈੱਲ ਦੀ ਇੱਕ ਟੇਲ ਨਿਕਲਦੀ ਆ। ਦੈਟ ਟੇਲ ਜਿਹੜੀ ਕਿ ਮੈਂ ਯੈਲੋ ਨਾਲ ਮਾਰਕ ਕੀਤੀ ਹੋਈ ਆ, ਇਹ ਯੈਲੋ ਕਲਰ ਦੀ ਜਿਹੜੀ ਮਾਰਕ ਕੀਤੀ ਹੋਈ ਆ ਬੇਟਾ, ਦੈਟ ਇਜ਼ ਕਾਲਡ ਐਗਜ਼ੋਨ। ਇਹਨੂੰ ਆਪਾਂ ਕੀ ਕਹਿੰਦੇ ਆ, ਐਗਜ਼ੋਨ ਕਹਿੰਦੇ ਆ, ਠੀਕ ਹੈ। ਐਗਜ਼ੋਨ ਅੱਗੇ ਜਾ ਕੇ ਕੀ ਹੁੰਦੀ ਆ, ਐਗਜ਼ੋਨ ਅੱਗੇ ਜਾ ਕੇ ਕਾਫੀ ਨੋਬਸ 'ਚ ਟੁੱਟ ਜਾਂਦੀ ਆ। ਥੀਸ ਆਰ ਕਾਲਡ ਸਾਈਨੈਪਟਿਕ ਨੋਬ। ਇਹਨਾਂ ਨੋਬਸ ਨੂੰ ਆਪਾਂ ਕੀ ਕਹਿੰਦੇ ਆ, ਸਾਈਨੈਪਟਿਕ ਨੋਬਸ। ਸਾਈਨੈਪਟ ਦਾ ਮਤਲਬ ਹੁੰਦਾ ਖਾਲੀ ਥਾਵਾਂ, ਖਾਲੀ ਥਾਵਾਂ। ਇਹ ਜਿਹੜੀਆਂ ਨੋਬਸ ਹੁੰਦੀਆਂ ਨੇ ਖਾਲੀ ਥਾਵਾਂ 'ਚ ਪ੍ਰੈਜ਼ੈਂਟ ਹੁੰਦੀਆਂ ਨੇ। ਕਿਹੜੀਆਂ ਖਾਲੀ ਥਾਵਾਂ 'ਚ ਪ੍ਰੈਜ਼ੈਂਟ ਹੁੰਦੀਆਂ ਨੇ ਇਹ ਆਪਾਂ ਅੱਗੇ ਡਿਸਕਸ ਕਰਦੇ ਹਾਂ ਜਦੋਂ ਆਪਾਂ ਵਰਕਿੰਗ ਦੀ ਗੱਲ ਕਰਾਂਗੇ। ਉਦੋਂ ਬਾਅਦ ਬੇਟਾ ਕੀ ਹੈ, ਇਹ ਜਿਹੜਾ ਇੱਕ ਐਗਜ਼ੋਨ ਆ, ਐਗਜ਼ੋਨ ਦੇ ਉੱਤੇ ਨਾ ਇੱਕ ਸ਼ੀਥ ਹੁੰਦੀ ਆ, ਮਾਇਲਿਨ ਨਾਮ ਦੇ ਪ੍ਰੋਟੀਨ ਦੀ ਸ਼ੀਥ ਹੁੰਦੀ ਆ, ਦੈਟ ਇਜ਼ ਕਾਲਡ ਮੈਡੂਲਰੀ ਸ਼ੀਥ। ਇਹਨੂੰ ਆਪਾਂ ਕੀ ਕਹਿੰਦੇ ਆ, ਮੈਡੂਲਰੀ ਸ਼ੀਥ ਕਹਿੰਦੇ ਆ ਬੇਟਾ। ਦਿਸ ਇਜ਼ ਕਾਲਡ ਮੈਡੂਲਰੀ ਸ਼ੀਥ। ਇਹ ਮੈਡੂਲਰੀ ਸ਼ੀਥ ਕਿਤੇ ਹੁੰਦੀ ਆ, ਕਿਤੇ ਨਹੀਂ ਹੁੰਦੀ। ਜਿੱਥੇ ਮੈਡੂਲਰੀ ਸ਼ੀਥ ਨਹੀਂ ਹੋਊਗੀ ਐਗਜ਼ੋਨ ਦੇ ਉੱਤੇ, ਦੈਟ ਇਜ਼ ਕਾਲਡ ਨੋਡ ਆਫ ਰੈਨਵੀਅਰ। ਜਿੱਥੇ ਮੈਡੂਲਰੀ ਸ਼ੀਥ ਨਹੀਂ ਹੋਊਗੀ ਐਗਜ਼ੋਨ ਦੇ ਉੱਤੇ, ਦੈਟ ਪਾਰਟ, ਪਰਟੀਕੂਲਰ ਪਾਰਟ ਇਜ਼ ਕਾਲਡ ਨੋਡ ਆਫ ਰੈਨਵੀਅਰ, ਠੀਕ ਹੈ ਬੇਟਾ। ਇਹ ਮੈਡੂਲਰੀ ਸ਼ੀਥ ਦੇ ਉੱਤੇ ਇੱਕ ਹੋਰ ਪ੍ਰੋਟੈਕਟਿਵ ਲੇਅਰ ਹੁੰਦੀ ਆ, ਜਿਹੜੀ ਮੈਂ ਗ੍ਰੀਨ ਕਲਰ ਨਾਲ ਸ਼ੋ ਕੀਤੀ ਹੋਈ ਆ, ਠੀਕ ਹੈ। ਇਹ ਗ੍ਰੀਨ ਕਲਰ ਵਾਲੀ ਜਿਹੜੀ ਪ੍ਰੋਟੈਕਟਿਵ ਲੇਅਰ ਆ, ਇਹ ਕੀ ਆ, ਇਹ ਹੈਗਾ ਬੇਟਾ ਨਿਊਰੀਲੈਮਾ। ਕੀ ਆ ਇਹ, ਨਿਊਰੀਲੈਮਾ। ਲੈਮਾ ਤੁਹਾਨੂੰ ਪਤਾ ਕੀ ਹੁੰਦਾ ਗਾ, ਲੈਮਾ ਸ਼ਬਦ ਉਹ ਚੀਜ਼ ਵਾਸਤੇ ਆ ਜਿਹੜੀ ਕਿਸੇ ਚੀਜ਼ ਨੂੰ ਕਵਰ ਕਰੇ। ਤਾਂ ਨੋਡ ਆਫ ਰੈਨਵੀਅਰ ਨਾ, ਜਿੱਥੇ ਨੋਡ ਆਫ ਰੈਨਵੀਅਰ ਹੋਊ ਉਹ ਸਿੰਗਲ ਕੋਟਡ ਹੋਊਗਾ, ਉਹ ਡਬਲ ਕੋਟਡ ਨਹੀਂ ਹੋਊ। ਬਾਕੀ ਐਗਜ਼ੋਨ ਸਾਰਾ ਡਬਲ ਕੋਟਡ ਆ, ਕਿਉਂ, ਐਗਜ਼ੋਨ ਨੂੰ ਨਿਊਰੀਲੈਮਾ ਨੇ ਵੀ ਪ੍ਰੋਟੈਕਟ ਕੀਤਾ ਹੋਇਆ, ਮੈਡੂਲਰੀ ਸ਼ੀਥ ਨੇ ਵੀ ਪ੍ਰੋਟੈਕਟ ਕੀਤਾ ਹੋਇਆ, ਠੀਕ ਹੈ। ਬਟ ਜਿਹੜਾ ਨੋਡ ਆਫ ਰੈਨਵੀਅਰ ਆ, ਇਹ ਇਕੱਲਾ ਨਿਊਰੀਲੈਮਾ ਹੀ ਇਹਨੂੰ ਪ੍ਰੋਟੈਕਟ ਕਰੂਗਾ, ਮੈਡੂਲਰੀ ਸ਼ੀਥ ਨਹੀਂ ਹੋਊਗੀ। ਇਹਦਾ ਕੀ ਇੰਪੋਰਟੈਂਸ ਆ ਨੋਡ ਆਫ ਰੈਨਵੀਅਰ ਦਾ, ਇਹ ਆਪਾਂ ਡਿਸਕਸ ਕਰਾਂਗੇ ਹੌਲੀ ਹੌਲੀ। ਚਲੋ ਇੱਥੇ ਤੱਕ ਆਪਾਂ ਪਹੁੰਚ ਚੁੱਕੇ ਬੇਟਾ। ਦਿਸ ਇਜ਼ ਡੈਂਡਰਾਈਟਸ, ਇਹ ਆਪਣਾ ਹੋ ਗਿਆ।
ਇਹ ਨਿਊਕਲੀਅਸ ਹੋ ਗਿਆ। ਇੱਕ ਨਾ ਜਿਹੜਾ ਤੁਹਾਡੇ ਕੋਲ ਨਿਊਰੀਲੈਮਾ ਹੁੰਦਾ, ਨਿਊਰੀਲੈਮਾ ਤੇ ਮੈਡੂਲਰੀ ਸ਼ੀਥ ਦੇ ਵਿੱਚ ਵੀ ਕੁਝ ਜਿਉਂਦੇ ਜਾਗਦੇ ਸੈੱਲ ਮੌਜੂਦ ਹੁੰਦੇ ਨੇ। ਦੋਜ਼ ਆਰ ਕਾਲਡ ਸ਼ਵਾਨ ਸੈੱਲ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਸ਼ਵਾਨ ਸੈੱਲ। ਇਹ ਸ਼ਵਾਨ ਸੈੱਲ ਨੇ, ਸ਼ਵਾਨ ਸੈੱਲ ਦੇ ਨਾਲ ਆਹ ਕੀ ਆ, ਸ਼ਵਾਨ ਸੈੱਲ ਦਾ ਨਿਊਕਲੀਅਸ ਹੈ ਬੇਟਾ। ਦਿਸ ਇਜ਼ ਦਾ ਨਿਊਕਲੀਅਸ ਆਫ ਸ਼ਵਾਨ ਸੈੱਲ। ਠੀਕ ਹੈ ਜੀ। ਤਾਂ ਇਹ ਆਪਣੀ ਇਹਦੀ ਪੂਰਾ ਸਟਰਕਚਰ ਹੋ ਗਿਆ, ਕਿਸ ਤਰ੍ਹਾਂ ਦਾ ਆਪਣੇ ਕੋਲ ਇੱਕ ਨਿਊਰੋਨ ਦਿਖਾਈ ਦਿੰਦਾ ਹੈਗਾ। ਹੁਣ ਆਪਾਂ ਇਹਦੀ ਵਰਕਿੰਗ ਦੀ ਗੱਲ ਕਰਦੇ ਹਾਂ। ਠੀਕ ਹੈ, ਵਰਕਿੰਗ ਦੇ ਵਿੱਚ ਕੀ ਹੁੰਦਾ, ਫੋਰ ਐਗਜ਼ਾਮਪਲ ਬੇਟਾ ਮੇਰੀ ਸਕਿਨ ਦਾ ਜਿਹੜਾ ਨਿਊਰੋਨ ਆ, ਮੇਰੀ ਸਕਿਨ ਸਾਰੇ ਕਿਤੇ ਨਿਊਰੋਨਸ ਹੀ ਨਿਊਰੋਨਸ ਨੇ ਮੇਰੇ। ਠੀਕ ਹੈ, ਜਿੱਥੇ ਵੀ ਮੈਨੂੰ ਚੀਜ਼ ਫੀਲ ਹੁੰਦੀ ਆ, ਜੇ ਮੈਨੂੰ ਟੱਚ ਫੀਲ ਹੁੰਦਾ, ਜੇ ਮੈਨੂੰ ਕੋਈ ਪੇਨ ਫੀਲ ਹੁੰਦਾ, ਇਹਦਾ ਮਤਲਬ ਉੱਥੇ ਨਿਊਰੋਨ ਆ। ਤੇ ਉਹ ਨਿਊਰੋਨ ਮੈਸੇਜ ਕੈਰੀ ਕਰਕੇ ਮੇਰੇ ਦਿਮਾਗ ਤੱਕ ਲੈ ਕੇ ਜਾਂਦਾ ਤੇ ਮੇਰਾ ਦਿਮਾਗ ਕੀ ਕਹਿੰਦਾ ਗਾ, ਮੇਰਾ ਦਿਮਾਗ ਕਹਿੰਦਾ ਵੀ ਇੱਥੇ ਤੈਨੂੰ ਪਿੰਚ ਹੋ ਰਿਹਾ ਗਾ। ਠੀਕ ਹੈ, ਉਹ ਦਿਮਾਗ ਦੀ ਇੰਟਰਪ੍ਰੀਟੇਸ਼ਨ ਆ। ਠੀਕ ਹੈ, ਹੁਣ ਐਕਚੁਅਲ 'ਚ ਕੀ ਹੁੰਦਾ, ਮੰਨ ਲਓ ਮੇਰੀ ਸਕਿਨ ਹੈ, ਮੈਂ ਸਕਿਨ ਤੇ ਹਿੱਟ ਕਰ ਦਾਂਗਾ, ਸਕਿਨ ਤੇ ਮੈਂ ਹਿੱਟ ਕੀਤਾ, ਜਦੋਂ ਬੇਟਾ ਮੈਂ ਸਕਿਨ ਤੇ ਹਿੱਟ ਕੀਤਾ, ਸਕਿਨ ਦੇ ਨੀਚੇ ਜਿਹੜੇ ਨਿਊਰੋਨਸ ਨੇ, ਜਿਹੜੇ ਨਿਊਰੋਨਸ ਪ੍ਰੈਜ਼ੈਂਟ ਨੇ, ਠੀਕ ਹੈ, ਉਹ ਨਿਊਰੋਨਸ ਨੇ ਇਲੈਕਟ੍ਰੋਕੈਮੀਕਲ ਸਿਗਨਲ ਪ੍ਰੋਡਿਊਸ ਕੀਤਾ। ਕੀ ਪ੍ਰੋਡਿਊਸ ਕੀਤਾ ਬੇਟਾ, ਇਲੈਕਟ੍ਰੋਕੈਮੀਕਲ ਸਿਗਨਲ। ਉਹਨਾਂ ਨੇ ਬੇਸਿਕਲੀ ਇਲੈਕਟ੍ਰੋਕੈਮੀਕਲ ਨਹੀਂ, ਉਹਨਾਂ ਨੇ ਇੱਕ ਕੈਮੀਕਲ ਪ੍ਰੋਡਿਊਸ ਕਰਤਾ, ਸੈਲਜ਼ ਨੇ ਇੱਕ ਕੈਮੀਕਲ ਪ੍ਰੋਡਿਊਸ ਕਰਤਾ। ਉਹ ਕੈਮੀਕਲ ਨੂੰ ਕਿਹਨੇ ਫੜ ਲਿਆ, ਉਹ ਕੈਮੀਕਲ ਜਾ ਕੇ ਇੱਥੇ ਚਿਪਕ ਗਏ ਡੈਂਡਰਾਈਟਸ ਤੇ, ਇੱਥੇ ਚਿਪਕ ਗਏ ਬੇਟਾ ਉਹ ਕੈਮੀਕਲਸ ਜਾ ਕੇ। ਆ ਸਾਰੇ ਕਿਤੇ ਕੈਮੀਕਲ ਲੱਗ ਗਿਆ, ਉਹ ਜਿਹੜਾ ਮੇਰੀ ਸਕਿਨ ਨੇ ਪ੍ਰੋਡਿਊਸ ਕੀਤਾ। ਜਦੋਂ ਮੈਂ ਇਹਨੂੰ ਟੱਚ ਕੀਤਾ ਜਾਏ ਤੇ ਮਾਰਿਆ ਕੁਛ, ਠੀਕ ਹੈ, ਤਾਂ ਉਹ ਕੈਮੀਕਲ ਇੱਥੇ ਚਿਪਕ ਗਿਆ, ਕੈਮੀਕਲ ਸਿਗਨਲ ਆ ਗਿਆ ਇਹਦੇ ਕੋਲ ਡੈਂਡਰ। ਇਹ ਬਿਲਕੁਲ ਨੀਚੇ ਵਾਲਾ ਡੈਂਡਰਾਈਟ ਆ ਮੇਰੇ ਸੈੱਲ ਦਾ। ਠੀਕ ਹੈ, ਇੱਥੇ ਕੈਮੀਕਲ ਸਿਗਨਲ ਆ ਗਿਆ, ਸਾਰੇ ਕਿਤੇ ਇਹਨੇ ਪ੍ਰੋਡਿਊਸ ਕਰ ਲਿਆ। ਉਹ ਕੈਮੀਕਲ ਸਿਗਨਲ ਨੂੰ ਜਿਹੜਾ ਸਾਈਟ ਆਉਂਦਾ ਨਾ ਸੈੱਲ ਬੋਡੀ, ਉਹਨੇ ਕੈਮੀਕਲ ਸਿਗਨਲ ਨੂੰ ਇਲੈਕਟ੍ਰੀਕਲ ਸਿਗਨਲ 'ਚ ਚੇਂਜ ਕਰਤਾ। ਉਹਨੇ ਕੈਮੀਕਲ ਸਿਗਨਲ ਨੂੰ ਕੀ 'ਚ ਚੇਂਜ ਕਰਤਾ, ਇਲੈਕਟ੍ਰੀਕਲ ਸਿਗਨਲ 'ਚ, ਇਲੈਕਟ੍ਰੀਕਲ ਇੰਪਲਸਿਸ ਦੇ ਵਿੱਚ ਚੇਂਜ ਕਰਤਾ। ਜਿੱਥੋਂ ਉਹਨੇ ਕੈਮੀਕਲ ਮਿਲਿਆ ਉਹਨੇ ਇਲੈਕਟ੍ਰੀਕਲ ਇੰਪਲਸਿਸ ਦੇ ਵਿੱਚ ਚੇਂਜ ਕਰਤਾ। ਉਹ ਇਲੈਕਟ੍ਰੀਕਲ ਇੰਪਲਸ ਥਰੂ ਐਗਜ਼ੌਨ ਹੁੰਦੀ ਹੋਈ ਆ ਨੌਬਸ ਤੱਕ ਪਹੁੰਚ ਗਈ, ਇੱਥੇ ਤੱਕ ਪਹੁੰਚ ਗਿਆ ਉਹ ਇਲੈਕਟ੍ਰੀਕਲ ਸਿਗਨਲ। ਅੱਗੇ ਜਿਹੜੀਆਂ ਨੌਬਸ ਨੇ ਨਾ, ਇਹਨਾਂ ਨੇ ਅਗੇਨ ਜਿਹੜਾ ਇੱਥੇ ਇਲੈਕਟ੍ਰੀਕਲ ਸਿਗਨਲ ਸੀ ਉਹਨੂੰ ਕੈਮੀਕਲ ਸਿਗਨਲ 'ਚ ਚੇਂਜ ਕਰਤਾ। ਮਤਲਬ ਕੈਮੀਕਲ, ਇਲੈਕਟ੍ਰੀਕਲ, axon is the conductor of electrical signal and knobs are again changing that electrical signal into chemical stimuli। ठीक है, ਤੇ ਇਹਨਾਂ ਨੇ ਕੀ ਕੀਤਾ, ਅੱਗੇ ਕੈਮੀਕਲ ਸਿਗਨਲ 'ਚ ਫੇਰ ਚੇਂਜ ਕਰਤਾ, ਇਹਨਾਂ ਨੇ ਫੇਰ ਇੱਕ ਕੈਮੀਕਲ ਕੱਢਤਾ ਇੱਥੋਂ ਨੌਬਸ ਨੇ। ਠੀਕ ਹੈ, ਇਹਨਾਂ ਨੇ ਕੈਮੀਕਲ ਕੱਢਤਾ। ਨੌਬਸ ਨੇ ਕੈਮੀਕਲ ਕੱਢਿਆ। ਉਹ ਜਿਹੜਾ ਬੇਟਾ ਕੈਮੀਕਲ ਹੈ, ਉਹ ਜਿਹੜਾ ਅੱਗੇ ਨਿਊਰੋਨ ਪਿਆ ਸੀ ਨਾ, ਠੀਕ ਹੈ, ਇਹਦੇ ਅੱਗੇ ਵੀ ਇੱਕ ਨਿਊਰੋਨ ਸੀਗਾ, ਉਹਦੇ ਜਿਹੜੇ ਡੈਂਡਰਾਈਟ ਸੀ ਉਹ ਇਸ ਤਰ੍ਹਾਂ ਨਾਲ ਪ੍ਰੈਜ਼ੈਂਟ ਸੀ ਇੱਥੇ, ਐਵੇਂ। ਠੀਕ ਹੈ, ਐਵੇਂ ਇੱਥੇ ਡੈਂਡਰਾਈਟ ਆ ਗਿਆ, ਇੱਕ ਇੱਥੇ ਡੈਂਡਰਾਈਟ ਆ ਗਿਆ, ਐਵੇਂ ਆਹ ਸੈੱਲ ਬੋਡੀ ਆ ਗਈ ਉਹਦੀ। ਠੀਕ ਹੈ, ਤੇ ਦਿਸ ਇਜ਼ ਦਾ ਸੈੱਲ ਬੋਡੀ ਆਫ ਨੈਕਸਟ ਨਿਊਰੋਨ। ਆ ਡੈਂਡਰਾਈਟਸ ਹੋ ਗਏ, ਆ ਨੈਕਸਟ ਨਿਊਰੋਨ ਦਾ ਐਗਜ਼ੋਨ ਹੋ ਗਿਆ। ਅੱਗੇ ਆ ਨੈਕਸਟ ਨਿਊਰੋਨ ਦੇ ਕੀ ਹੋ ਗਏ, ਸਿਨੈਪਟਿਕ ਨੌਬਸ ਹੋ ਗਏ। ਠੀਕ ਹੈ, ਇਹਨੇ ਕੀ ਕੀਤਾ, ਜਿਹੜਾ ਇਹ ਇੱਥੇ ਸੈੱਲ ਬੋਡੀ ਨਿਊਕਲੀਅਸ ਆ ਗਿਆ, ਆ ਨਿਸਲਸ ਗ੍ਰੈਨੂਲ ਆ ਗਏ, ਮੈਡੂਲਰੀ ਸ਼ੀਥ ਆ ਗਈ। ਠੀਕ ਹੈ, ਇਹ ਸਾਰਾ ਕੁਝ ਉਸ ਤਰ੍ਹਾਂ ਦਾ ਹੀ ਹੋਊਗਾ ਜਿਸ ਤਰ੍ਹਾਂ ਦਾ ਆਪਣਾ ਪ੍ਰੀਵੀਅਸ ਨਿਊਰੋਨ ਸੀਗਾ। ਇਹਨਾਂ ਨੇ ਕੀ ਕੀਤਾ, ਇਹ ਜਿਹੜੇ ਕੈਮੀਕਲ ਸਿਗਨਲ ਸੀ ਇਹ ਇੱਥੇ ਲੱਗ ਗਏ ਬੇਟਾ, ਇਹ ਕੈਮੀਕਲ ਸਿਗਨਲ ਇੱਥੇ ਇਕੱਠੇ ਹੋ ਗਏ ਡੈਂਡਰਾਈਟਸ ਤੇ। ਇਹ ਡੈਂਡਰਾਈਟਸ ਨੇ ਕੈਮੀਕਲ ਸਿਗਨਲ ਅੰਦਰ ਭੇਜੇ, ਅੰਦਰ ਸੈੱਲ ਬੋਡੀ ਨੇ ਕੀ ਕੀਤਾ, ਉਹ ਕੈਮੀਕਲ ਸਿਗਨਲ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕੀਤਾ। ਉਹ ਇਲੈਕਟ੍ਰੀਕਲ ਸਿਗਨਲ ਨੈਕਸਟ ਐਗਜ਼ੋਨ ਦੇ ਵਿੱਚ ਗਿਆ, ਐਗਜ਼ੋਨ ਤੋਂ ਬਾਅਦ ਉਹ ਫੇਰ ਸਿਨੈਪਟਿਕ ਨੌਬਸ ਦੇ ਵਿੱਚ ਗਿਆ। ਉਹ ਨੌਬਸ ਨੇ ਅਗੇਨ ਕੈਮੀਕਲ ਸਕ੍ਰੀਟ ਕੀਤਾ, ਉਹ ਅਗੇਨ ਅਗਲੇ ਨਿਊਰੋਨ ਤੱਕ ਚਲਾ ਗਿਆ। ਠੀਕ ਹੈ, ਇਹਦਾ ਮਤਲਬ ਕੀ ਆ, ਨਿਊਰੋਨਸ ਇੱਕ ਦੂਜੇ ਨਾਲ ਜੁੜੇ ਨਹੀਂ ਹੁੰਦੇ। ਨਿਊਰੋਨਸ ਦੇ ਵਿੱਚ ਸਪੇਸ ਹੁੰਦੀ ਆ, ਇੱਕ ਨਿਊਰੋਨ ਦੇ ਵਿੱਚ ਦੂਜੇ ਨਿਊਰੋਨ ਨਾਲੋਂ ਕੀ ਹੋਊਗੀ, ਸਪੇਸ ਪ੍ਰੈਜ਼ੈਂਟ ਹੋ, ਐਂਡ ਦੈਟ ਸਪੇਸ ਇਜ਼ ਕਾਲਡ ਸਾਈਨੈਪ। ਉਹਨੂੰ ਆਪਾਂ ਕੀ ਕਹਿੰਦੇ ਆ, ਸਾਈਨੈਪ। ਤੇ ਜਿਹੜੀਆਂ ਨੌਬਸ ਉਸ ਸਪੇਸ ਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ ਨੇ, ਜਿਹੜੀਆਂ ਨੌਬਸ ਉਸ ਸਪੇਸ ਦੇ ਵਿੱਚ ਐਵੇਂ ਪ੍ਰੈਜ਼ੈਂਟ ਹੁੰਦੀਆਂ ਨੇ, ਦੈਟ ਆਰ ਕਾਲਡ ਸਾਈਨੈਪਟਿਕ ਨੌਬਸ। ਇਹ ਜੁੜਿਆ ਨਹੀਂ ਹੋਊ ਇਹਦੇ ਨਾਲ,
अलग अलग पे होंगे। तो ये सिनैप्टिक नॉब्स की करदियां ने इलैक्ट्रीकल सिग्नल नूं अगेन कैमीकल सिग्नल दे विच कन्वर्ट कर दिंदे ने। तां देखो की होया, कैमीकल सिग्नल डेंड्राइट्स ने एक्सैप्ट किया, फिर ਉਹਦਾ इलैक्ट्रीकल सिग्नल बन गया। किने बनाया? साइटोन ने। साइटोन ने इलैक्ट्रीकल सिग्नल बनाता। ठीक है बेटा, उस इलैक्ट्रीकल सिग्नल नूं किने कैरी किया? देन अगेन इलैक्ट्रीकल सिग्नल कैरी बाय एक्सॉन। ठीक है, वो एक्सॉन ने वो इलैक्ट्रीकल सिग्नल कित्थे देता? साइनैप्टिक नॉब्स, मतलब उत्थों इलैक्ट्रीकल सिग्नल कैमीकल सिग्नल बन गया। कित्थे बन गया वो? साइनैप्टिक नॉब च। साइनैप्टिक नॉब च बन गया। ठीक है बेटा, साइनैप्टिक नॉब्स च चला गया सिग्नल, फिर नेक्स्ट न्यूरॉन शुरू हो गया। नेक्स्ट न्यूरॉन दे डेंड्राइट्स कैमिकल सिग्नल गेन कर लिया उन्होंने। ठीक है, यही चक्कर फिर चलिया। डेंड्राइट्स ने कैमिकल, दैन उसका इलैक्ट्रीकल बनया साइटोन दे विच। साइटोन ने उन्होंने एक्सॉन नूं पास करता। एक्सॉन एक कंडक्टर सीगा जिन्हें वो इलैक्ट्रीकल सिग्नल अगे साइनैप्टिक नॉब्स नूं देता। साइनैप्टिक नॉब्स ने अगेन उन्होंने कैमिकल सिग्नल च की करता बेटा? कन्वर्ट करता। इहदा मतलब जिहड़ी अपनी बॉडी आ, जिहड़ा न्यूरॉन आ, जिहड़ा अपना नर्वस सिस्टम है, वो इलैक्ट्रोकैमिकल सिग्नल्स ते काम करदा। वो किहड़े सिग्नल्स ते काम करदा बेटा? वो काम करदागा इलैक्ट्रोकैमिकल सिग्नल्स ते काम करदा। याद रखियो। ठीक है, आवर नर्वस सिस्टम वर्क्स ऑन इलेक्ट्रोकेमिकल सिग्नल्स। ये याद रखियो। कित्थे इलैक्ट्रिक सिग्नल हो रहा जा रहा ते कित्थे कैमिकल सिग्नल हो रहा, वो थोड़ा याद रखना पਊ। मैं थोड़ा समझा चुकिया बेटा पिछे। ठीक है, तो इस तरह नाल अपना जिहड़ा होल नर्वस सिस्टम है बेटा जी, वो काम करदा। उहदे विच न्यूरल सिस्टम काम करदा गा। ठीक है, तो ये नर्वस सिस्टम आ जिहड़ा सारा, हुण देखो इमेजिन करो की हो रहा है। मैं थोड़ा इमेजीनेशन करवाउणा। मैं इत्थे कोई सੱਟ मारी, सੱਟ नूं ਜਾਂ फिर एक्सटर्नल एनवायरमेंट की जिहड़ी भी चेंज आ रही है उन्होंने आपां कहांगे स्टिमुली। मैं स्टिमुली दित्ती, मैं की दित्ती? स्टिमुली। सੱਟ मारी, मैनू फील होया। वो फील किवें होया? वो देखो इत्थे मेरी स्किन ने कुछ कैमिकल छड्डे, वो न्यूरॉन ने फड़ लए, न्यूरॉन के डेंड्राइट्स ने फड़ लए। वो न्यूरॉन के डेंड्राइट्स ने फड़े हुए ਉਹਦਾ इलैक्ट्रीकल सिग्नल बना लिया। अगेन साइनैप्टिक नॉब्स ने कैमिकल सिग्नल बनाता। वो कैमिकल सिग्नल नैक्सट न्यूरॉन ने फड़ लिया, वो अगले न्यूरॉन ने, अगले न्यूरॉन ने। तुसीं देखो किन्ने क टाइम च मैं इत्थे थप्पड़ मारिया ते किन्ने क टाइम च मैनू फील हो गया। ये इलैक्ट्रोकैमिकल सिग्नल लाइट की रफ्तार नाल चल रहा, मेरे दिमाग तक पहुंचया। देखो की कुछ हो रहा। इलैक्ट्रिक सिग्नल इत्थों गया मेरे स्पाइनल कॉर्ड तक, स्पाइनल कॉर्ड तो ऊपर चला गया कित्थे तक? दिमाग तक। दिमाग तो दिमाग ने फिर मैनू फील करवाया। की फील करवाया? भी तेरे सੱਟ ਵੱਜੀ। फिर मैं की करूँ? जाता हथ पिछे कर लूँगा। ठीक है, जे मैं बचना होगा तो मैं 1 ਲੱਖ हथ पिछे कर लूँगा। तो देखो ये किन्ने क टाइम च होया? ये बहुत ही फ्रैक्शन ऑफ सैकेंड्स च होया। ये क्यों फ्रैक्शन ऑफ सैकेंड च हो सकिया? ड्यू टू दिस इलैक्ट्रोकैमिकल सिग्नल। जे कल्ला कैमिकल सिग्नल हुंदा फिर इन्नी छेती नहीं होना सी काम। ठीक है, फिर इन्नी छेती काम नहीं होना सी। बट ड्यू टू इलैक्ट्रोकैमिकल सिग्नल इत्थों इनफॉर्मेशन, इनू मैं इनफॉर्मेशन कहूँगा। बाहरली जिहड़ा मैं थप्पड़ मारिया दैट इज कॉल्ड स्टिमुली, जिहड़ा मैनू फील होया दैट इज कॉल्ड इनफॉर्मेशन। वो इनफॉर्मेशन कौन लैके गए? न्यूरॉन्स लैके गए। कित्थे तक लैके गए? अपनी स्पाइनल कॉर्ड तक। स्पाइनल कॉर्ड तो इनफॉर्मेशन कित्थे गई? दिमाग तक। दिमाग ने उस इनफॉर्मेशन नू प्रोसैस किया। दिमाग ने उस इनफॉर्मेशन नू की कीता? प्रोसैस किया। प्रोसैस करके उन्हें मैनू रिजल्ट दिता ते मेरे मसल्स नू आके कहा
ਹੁਣ एक बैक न्यूरॉन्स भी होणगे, बैक आउणगे वो, ठीक है, वो होणगे अपने कोल मोटर न्यूरॉन्स। की होणगे बेटा जी? वो मोटर न्यूरॉन्स। मोटर न्यूरॉन्स इन्फॉर्मेशन जिहड़ा हुण दिमाग ने प्रोसैस कर लिया, उस इन्फॉर्मेशन को वापस लैके आ गए, उस इन्फॉर्मेशन को वापस लैके आके मेरे मसल्स नूं आदेश देणगे भी भाई पिछे हो जाओ, की हो जाओ, पिछे खिच लै इहनूं, ठीक है, या फिर मेरी मर्जी अकॉर्डिंग होगा वो पिछे होगा। जे मैं कोई गर्म चीज़ नूं हत्थ ला दूंगा तो मैं ऑटोमैटिकली पिछे खिच लूँगा, दैट इज कॉल्ड रिफ्लैक्स एक्शन। रिफ्लैक्स एक्शन होगा, वो रिफ्लैक्स एक्शन च की होगा, मेरा दिमाग बिना मैनू दसे, ठीक है। वैसे रिफ्लैक्स एक्शन दे विच की होऊ, मैं किसी गर्म चीज़ नूं हत्थ ला लिया, ठीक है, मैं बेटा किसी गर्म चीज़ नूं हत्थ ला लिया, मैं इक्को लख्त नूं पिछे खिच लूँगा, बिना सोचे खिचूँगा, क्योंकि रिफ्लैक्स एक्शन का जिहड़ा सारा काम कराऊगा वो मेरी स्पाइनल कॉर्ड कराऊगी, ठीक है, उन्हें दिमाग तक पहुँच नहीं देना सिग्नल, स्पाइनल कॉर्ड ही फैसला ले लूगी भी नहीं तेरा हथ मच जूगा, मतलब मेरी बॉडी का हथ मच जूगा, उन्होंने नाल दी नाल पिछे खिचो, दैट इज कॉल्ड रिफ्लैक्स एक्शन, जिहड़ा इनवॉलंटरी हुंदा। रिफ्लैक्स एक्शन हमेशा की होगा? इनवॉलंटरी होगा, ठीक है। तो इत्थे आपां रिफ्लैक्स एक्शन की गल फिर अगे करनी है, ठीक है। चलो ये छड्डो, आपां इत्थे तक अपना पूरा हो गया, आपां नर्वस टिशू या फिर नर्वस सैल की गल इत्थे पूरी कर चुके हैं, ठीक है बेटा। हुण ਆਪਾਂ ਨੇ ਤੁਸੀਂ ਇਹ ਚੋਂ याद की करना, वो चीज़ां भी मैं ਤੁਹਾਨੂੰ दस चुके हैं। उदों बाद ਆਪਾਂ गल करते हैं न्यूरॉन्स के टाइप्स की, ठीक है जी। तो हुण ਆਪਾਂ गल करांगे बेटा जी न्यूरॉन्स के टाइप्स की। स्टूडेंट्स, now we will move to types of receptors or types of neurons, but before going to types of neuron ਆਪਾਂ एक गल पहला भी की है स्टिमुली की। मैं थोनों स्टिमुली एक बार दोबारा समझानी चाहना, चंगी तरह आप स्टिमुली नूं समझते हैं। स्टिमुली का मतलब आ बेटा एक्सटर्नल एनवायरनमेंट दे विच कोई भी चेंज। हुण वो चेंज अपनी बॉडी किस तरीके नाल मतलब असैप्ट करती है। गर्मी पै रही है, मेरी स्किन नूं गर्मी लगूगी, ठीक है, मतलब गर्मी एक चेंज हो गया एनवायरनमेंट दे विच ते मेरी स्किन एक रिसैप्टर हो गई उस चेंज नूं फील करने वास्ते, ठीक है। उवें बेटा मैं कोई चीज़ खाधी, मैनू कौड़ी लगी, मिठी लगी, नमकीन लगी, वो कौड़ा मिठा नमकीन वो की हो गया एनवायरनमेंट च चेंज हो गया, ठीक है, तो मेरी जीभ ने उन्होंने की किया टेस्ट किया, तो मेरी जीभ ते भी कुछ रिसैप्टर होणगे, ठीक है। इसे तरह मैं एक चीज़ देखदा, मैं इत्थे मैनू वाइट कलर दिख रहा, इत्थे ब्लैक कलर दिख रहा, रैड कलर, ग्रीन कलर, ठीक है, तो वो कलर की हो गए, वो स्टिमुली होगी। मेरिया अखां ने देखी वो स्टिमुली, ठीक है, तो मेरिया अखां च भी रिसैप्टर होणगे ना, मेरिया अखां च की होणगे बेटा? रिसैप्टर होणगे। हुण वो रिसैप्टर तो बाद की होऊगा, होर की कुछ हो सकदा अपने आले दाले नेचर दे विच टच हो रहा, मेरा स्किन किसी नाल टच हो रही आ, किसी गर्म चीज़ नाल, ठंडी चीज़ नाल, तां वो मेरी स्किन ते रिसैप्टर होणगे। थोनू आवाज़ सुन रही आ, ठीक है, क्योंकि थोड़े कन्नां च की ने रिसैप्टर ने, ठीक है, तो आवाज़ की आ? चेंज इन एनवायरनमेंट, दैट इज स्टिमुली। हुण की हुंदा, बाहर कोई भी स्टिमुली हुंदी आ, कोई भी चेंज हुंदा, अपनी बॉडी उन्होंने वेरीअस काइंड्स सेंस ऑर्गनस नाल, बेसिकली की ने वो सेंस ऑर्गनस नाल फील करदी आ, नाल दी नाल अपने दिमाग नूं सिग्नल जनरेट करदी आ, दिमाग वास्ते सिग्नल जनरेट कर रही आ, वो सिग्नल थ्रू न्यूरॉन्स हुंदा होया दिमाग तक पहुँचदा गा, दिमाग तक पहुँच के अपना दिमाग फैसला लैंदा भी मैनू की करना चाहिए गा, मैनू गर्मी लग रही है, मैनू पखा चला लेना चाहिए, ठीक है, मैनू ठंड लग रही है, मैनू हीटर चला लेना चाहिए, मैनू धुप लग रही है, मैनू हथ इवें कर लेने चाहिए ने, ठीक है, लाइट बहुत ज़्यादा लग रही है, मैनू लाइट बंद कर देनी चाहिए आ, हनेरा लग रहा, मैनू लाइट लगा लेनी चाहिए आ, ठीक है, आवाज़ बहुत उच्ची लग रही है, मैनू आवाज़ हौली कर लेनी चाहिए आ। ये सारा कुछ थोड़ा दिमाग पहला सिग्नल लऊगा, फिर एक फैसला लऊ, फिर वो फैसला थोड़ी बॉडी उस फैसले अकॉर्डिंग की करूगी, कम करूगी। कम की तो कराऊगा थोड़ी बॉडी तो, थोड़ी बॉडी की बनी हुई है? मसल्स की बनी हुई है, मतलब मसल्स तो कम करवाऊगा। यह मतलब अपना जो मास्टर आ वो दिमाग आ, बाहरले पासों सिग्नल असैप्ट करता, प्रोसैस करता, तो अपनी बॉडी को आदेश दिंदा, अपनी बॉडी उवें ही काम करती है। ਜਿਹੜੇ ਕੰਮ दिमाग अपनी मर्जी नाल करवाउंदा गा, अपने तो करवाउंदा, प्रोसैस करके करवाउंदा इनफॉर्मेशन, दैट आर कॉल्ड वॉलंटरी एक्शन, जिहड़े आ मस्कुलर एक्शन ने। जिवें मैं अपनी मुट्ठी बंद करनी है, ये मेरे दिमाग ने सोच लिया, मैं अपनी मुट्ठी खोलनी है, मेरे दिमाग ने सोच लिया, फिर बंद करनी है, खोलनी है, दिस इज वॉलंटरी, मेरी मर्जी है, मैं करा ना करा, प्रोसैस दिमाग नूं मैं करवाउणा, बट दिमाग ने की करना, दिमाग ने आदेश देना मेरी बॉडी नूं,
ठीक है। कुछ काम ਇਹੋ ਜਿਹੇ ਨੇ ਜਿਨ੍ਹਾਂ ਤੇ ਮੇਰਾ ਕੋਈ ਕੰਟਰੋਲ ਨਹੀਂ। ਮੇਰਾ ਦਿਲ ਦਾ ਧੜਕਣਾ ਕਿ ਮੈਂ ਸੋਚਾਂ ਵੀ ਮੇਰਾ ਦਿਲ ਦੀ ਧੜਕਣ ਬੰਦ ਹੋ ਜਾਏ, ਉਹ ਬੰਦ ਹੋ ਜੂਗੀ? ਨਹੀਂ ਹੋ ਸਕਦੀ। ठीक है। मेरे ईसोफेगस की पेरिस्टाल्टिक मूवमेंट आ, जे मैं सोचा भी वो बंद हो जाए, वो बंद हो जूगी? नहीं हो सकती। दोज काइंड ऑफ मैं ब्रीथ कर रहा, जे मैं सोचा मैं उन्होंने बंद कर ला, पर जे मैं बंद कर भी लिया तो मैं जिउंदा रह जूँगा? नहीं रह सकता। ठीक है। ये सारे एक्शन जिन्हां ते दिमाग का कोई कंट्रोल नहीं, दिमाग के एक हिस्से का कंट्रोल आ, बाकी पूरे दिमाग का नहीं। मतलब जिन्होंने आप सोच के नहीं कर सकते, ना उन्होंने सोच के रोकया जा सकता, ना उन्होंने सोच के बंद किया जा सकता। मतलब मेरी विल दे अंडर नहीं है वो। दोज आर कॉल्ड इनवॉलंटरी एक्शन। हार्ट बीट होना, खून का चलना नाड़ां दे विच, नाड़ां दी पेरिस्टाल्टिक मूवमेंट्स, ये सारियां, मेरे इंटेस्टाइन की पेरिस्टाल्टिक मूवमेंट, ये सारा कुछ की आ इनवॉलंटरी एक्शनस दे विच आउंदा। ठीक है बेटा। तो वॉलंटरी ते इनवॉलंटरी एक्शनस आ गए, बट ये वॉलंटरी ते इनवॉलंटरी एक्शन दोनों नूं कंडक्ट दिमाग ही करदा गा। फिलहाल आपां एक्सटर्नल स्टिमुली की गल करते हैं तो उत्थे वॉलंटरी एक्शन ही होंगे सारे। तो वॉलंटरी एक्शन करने के लिए अपने 3 न्यूरॉन्स काम करते हैं। नंबर 1 जिन्हें रिसीव किया इनफॉर्मेशन, रिसैप्टर न्यूरॉन, सेंसरी न्यूरॉन और रिसैप्टर न्यूरॉन जिन्होंने सेंस कर लिया। सेंसरी न्यूरॉन्स काफ़ी तरह के होंगे, देखण च सेम ने, बस फंक्शन डिफरेंट आ। न्यूरॉन तो देखण च उस तरह की है जिहड़ा आपां पिछे डिस्कस करके आए, फंक्शन च डिफरेंस आ बस। फंक्शन की नाम की देते उन्होंने कहना थर्मो रिसैप्टर, स्किन ते लग्या हुंदा, जिहड़ा हीट का वध होना या हीट का घट होना फील करे, सेंस करे, दोज आर कॉल्ड थर्मो रिसैप्टर। थर्मो मतलब हीट, हीट का रिसैप्टर स्किन च होऊगा। ठीक है। फोटो रिसैप्टर, फोटो मतलब लाइट, रिसैप्टर मतलब लाइट नूं रिसीव करने वाला, लाइट इज अ स्टिमुली। ठीक है। वो की हो आइस च होऊगा, फोटो रिसैप्टर। फोनो रिसैप्टर, फोनो, फोनो का मतलब की हुंदा, फोनो का मतलब फोन का मतलब साउंड, साउंड नूं रिसीव करने वाला रिसैप्टर कित्थे होऊगा? कन्ना च होऊगा, ईयर। ओल फैक्टरी रिसैप्टर, ऑल फैक्टरी मतलब स्मैल। ठीक है। स्मैल नूं रिसीव करने वाला कित्थे होऊगा? नोस च होऊगा। ठीक है। गस्टैटो रिसैप्टर, टेस्ट। ठीक है। गस्टैटो टेस्ट। गैस्ट्रल, गैस्ट्रल अपना पेट हुंदा ना, गैस्ट्रल, तो वो कित्थे होऊगा? टेस्ट सब तो पहला टंग ते होऊगा। ठीक है। दैन टैंगो रिसैप्टर, टैंगो मतलब टच, टच नूं रिसीव करने वाला भी स्किन ते होऊगा। तो ये अपने सारे की ने बेटा सेंस ऑर्गनस ने, ये सेंस ऑर्गन बाहरली स्टिमुली नूं लैंदे ने, ਉਹਦੇ अकॉर्डिंग सिग्नल भेजते हैं, सिग्नल तो बाद एक अपने को आंसर आता, ਉਹਦੇ अकॉर्डिंग अपनी बॉडी मूवमेंट करती है। हुण देखो सब तो पहला तो आ गए सेंसरी न्यूरॉन। सेंसरी न्यूरॉन अपने सेंस ऑर्गनस प्रेजेंट होंगे, ये स्टिमुली रिसीव करनगे, इनफॉर्मेशन रिसीव करनगे। दैन वो की करनगे? रिलेइंग न्यूरॉन्स नूं भेज देणगे उन्होंने। मतलब मेरी स्किन ने एक इनफॉर्मेशन रिसीव की, दैन ये इनफॉर्मेशन नूं रिले भी तो करना ना, अगे भी पहुँचाउणा। रिले करन दा मतलब की हुंदा? अगे। रिले रेस हुंदी है एक, देखी आ 4 बंदे भजदे हुंदे ने 400 मीटर। वो की हुंदा? एक बंदे कोल डंडा हुंदा, वो भजदा दूजे बंदे नूं फड़ाउंदा, वो गां तीजे बंदे नूं फड़ाउंदा, चौथे बंदे नूं, 4 बंदे नूं फड़ा के एक पूरा राउंड क्लीयर करते हैं। ठीक है। तो रिलेइंग होगी वो, तो रिले न्यूरॉन्स हो गए जिन्होंने आप कनैक्टर न्यूरॉन्स कहने हैं। मतलब एक ने तो इनफॉर्मेशन लई, दूजे की ने एजेंट का काम कर रहे हैं रिलेइंग का, इनू अगे 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 सारे किते, वो कित्थे पहुँच गए? वो पहुँच गए थोड़े कोल फिर मोटर न्यूरॉन्स, उदू बाद आउणगे। हुण जिहड़े रिलेइंग न्यूरॉन्स ने इनफॉर्मेशन देती दिमाग नूं, इत्थे आ गई वो मेरे। हुण मैं की करना, मैं की स्टैप लेना, ਉਹ मेरा दिमाग विद इन फ्रैक्शन ऑफ सैकेंड आइडेंटिफाई कर लो भी तू आ कर ला। ठीक है। उदू बाद की होया, ਜਿਹੜੇ दूसरे न्यूरॉन ने वो भी पैरलल ने, बट उन्हों का काम आ जिहड़ा वो पुट्ठा, वो की आउणगे, वो मेरे मसल्स दे विच ने। ठीक है। तो वो मसल्स नूं इनफॉर्मेशन दे देणगे, इनफॉर्मेशन ही आदेश दे देणगे, ऑर्डर दे देणगे भी भाई आपदा हत्थ पिछे खिच ला। फॉर एग्जाम्पल इत्थे बहुत गर्म चीज़ है, मैं हत्थ लाया, मैं फील किया भी वो गर्म है। हुण मैं की करूँ? इनू ला के रखूँगा? नहीं, मेरी बॉडी हार्म हो जूगी। मैं अपनी बॉडी नूं बचाउणा तां मैं इनू पिछे खिच लूँगा। लैके गए किहड़े? स्किन दे रिसैप्टर, थर्मो रिसैप्टर। शुरुआत हुई थर्मो रिसैप्टर तो, रिसीव किया थर्मो रिसैप्टर ने, इनफॉर्मेशन नूं अगे कैरी किया रिले न्यूरॉन्स ने। ठीक है। रिले न्यूरॉन्स ने वो दिमाग नूं दिता, दिमाग ने की किया? आदेश दिता। वो आदेश मसल्स तक कौन लैके गया? वो आदेश मसल्स तक लैके गया थोड़ा मोटर न्यूरॉन।
फिर उन्हें जानसार मसल्स ਨੂੰ कहता भी मसल्स इस तरह का काम करो ताकि ਇਹਦਾ हथ पिछे हो जाए, तो मसल्स ने आपका काम करता पिछे करते। ठीक है, तो 3 तरह के न्यूरॉन्स ने, स्ट्रक्चर सेम आ, काम च फर्क आ। वो काम च फर्क करके ही उन्होंने नाम ने, एक का नाम रिसैप्टर है या सेंसरी न्यूरॉन, दूजे का नाम है रिलेइंग न्यूरॉन या कनैक्टर न्यूरॉन। हुण ये कनैक्ट किहदे विच कनैक्शन जोड़ रहा है, ये कनैक्शन जोड़ रहा रिसैप्टर ते ऑलफैक्टरी दे इफैक्टर दे विच, सेंसरी ते मोटर दे विच एक कनैक्टर का काम करता, कनैक्ट कर रहा है। ठीक है, दैन मोटर न्यूरॉन, मोटर न्यूरॉन नूं आपां कहना ई इफैक्टर न्यूरॉन, भी की इफैक्ट की निकलिया उस बाद, इनफॉर्मेशन गई, इनफॉर्मेशन तो बाद की इफैक्ट होया उहदा, दैट इज कॉल्ड मोटर न्यूरॉन। ठीक है बेटा, तो अकॉर्डिंग टू द वर्क ऑफ न्यूरॉन्स, पूरी बॉडी च स्ट्रक्चर सेम आ न्यूरॉन्स का। ठीक है, बट अकॉर्डिंग टू द वर्क ऑफ न्यूरॉन्स, न्यूरॉन्स 3 तरह के पाए जाते हैं, सेंसरी, रिले एंड मोटर न्यूरॉन। जे आपां ने इत्थे एक टेबल बनाउणा होवे तां ओह की होऊगा, वो इस तरह का होऊगा आम वर्क का। वो ऐ होऊगा बेटा, बाहर होगी कोई स्टिमुली, वो कौन रिसीव करूगा, रिसेप्टर न्यूरॉन। रिसेप्टर न्यूरॉन किनू दूगा, रिले न्यूरॉन नू इनफॉर्मेशन। रिले न्यूरॉन अगे की करूगा, जां तां वो की करूगा स्पाइनल कॉर्ड नू दऊ, जां फिर वो दिमाग नू दऊगा। ठीक है, ये डिपेंड करता, जे वलंटरी एक्शन करवाना तो दिमाग नू दऊ, जे उन्हें रिफ्लैक्स एक्शन करवाना तो स्पाइनल कॉर्ड नू दऊ। आप जो रिफ्लैक्स एक्शन बारे पढ़ांगे मैं थोड़े नाल उदों गल करूंगा। अगे की होऊगा, ये दोनों डिसीजन मेकर ने, डिसीजन मेकर है, ये भी डिसीजन मेकर आ। फिर ये डिसीजन लैके की करनगे, मसल्स नू आदेश दे देणगे, किनू दे देणगे आपदा डिसीजन, ये दे देणगे इफैक्टर न्यूरॉन नू। इफैक्टर न्यूरॉन नू, इफैक्टर न्यूरॉन की है, इफैक्टर न्यूरॉन इज योर मोटर न्यूरॉन, मसल्स नू दे देणगे। हुण कदों स्पाइनल कॉर्ड डिसीजन लऊगा, कदों ब्रेन डिसीजन लऊगा, ये डिपेंड करता सिचुएशन की आ। ठीक है, जे तो बहुत ही डेंजरस सिचुएशन आ, आपातकालीन परिस्थितियां ने। ठीक है, किहड़ियां परिस्थितियां ने, आपातकालीन एमरजेंसी सिचुएशनस, तां इन्ना टाइम नहीं हैगा भी मेरा दिमाग काम करे। ठीक है, फिर इन्ना टाइम नहीं हैगा, फिर मेरी स्पाइनल कॉर्ड ही डिसीजन ले लूँ। फॉर एग्जाम्पल मैं भज्या जा रहा, ठीक है, मैनू पता मेरे सामने कुछ आ गया, मैं आपदे फेस नू बचाउणा उहदे नाल, मैं करूँ। हुण ये की आ, मेरा दिमाग जो सोचूगा भी तू कोई होर स्टैप लै, भी मूहरे सामने पहला वो देखू, फिर वो डिसीजन दो, ਉਹਦਾ मेरे तो बजूगा कि मेरे तो शरीर खराब हो जाऊगा, मेरे तो सारी बॉडी का सत्यानाश हो जाऊगा जो बहुत ही भैड़ी चीज़ हुई। तो इत्थे की कीता, मेरी स्पाइनल कॉर्ड ने दिमाग कोल इनफॉर्मेशन ही नहीं भेजी, उन्हें पहला ही मेरे हत्थ ऐ करवा दे। ठीक है, दिस इज कॉल्ड रिफ्लैक्स एक्शन, जिहदे विच दिमाग की इनवॉल्वमेंट नहीं होंदी। ठीक है, हाँ कोई चीज़ एवें होऊगी जिवें मैथ का सवाल, मैथ का सवाल होऊगा, मैं मैथ की स्टेटमेंट पढ़ूंगा, वो काम मेरा दिमाग प्रोसैस करवाऊगा, प्रोसैस तो बाद मेरिया उंगलियां नूं ऑर्डर दऊ भी एवें एवें लिखना शुरू कर दे। ਉਹ 'ਚ ਕੀ ਆ, ਉਹ 'ਚ ब्रेन इनवॉल्व हो गया। बट एक ਇਹੋ ਜਿਹਾ एक्शन जिस ब्रेन इनवॉल्व नहीं हो रहा, तो वो आपदे आप स्पाइनल कॉर्ड के अंडर ही हो रहा सारा कुछ, दैट इज कॉल्ड रिफ्लैक्स एक्शन। ये बारे आप कल डिस्कस करांगे, रिफ्लैक्स एक्शन बहुत डिटेल्स। ठीक है, एक रिफ्लैक्स आर्क आ जिहदे थोड़ा 5 नंबर का बहुत ही इंपॉर्टेंट क्वेश्चन बनता है बेटा। तो अज आपां देखिया न्यूरॉन किस तरह का हुंदा। ठीक है, अपना किवें काम करते हैं, आप एक फंडामेंटल स्ट्रक्चर देखा भी अपनी बॉडी दे विच सिग्नल किवें चलते हैं, उन्हां ते फैसले कौन लैंदा ते किवें लए जांदे ने। ठीक है, फिर आपां देखिया कोऑर्डिनेशन दा अपनी जिंदगी च की रोल आ, किन्ने तरह की कोऑर्डिनेशन हुंदी आ।
ठीक है, नर्वस, न्यूरॉन एंड एंडोक्राइन कंट्रोल एंड कोऑर्डिनेशन, ठीक है, एंडोक्राइन सिस्टम। आप एक नर्वस सिस्टम देखा, एक एंडोक्राइन सिस्टम देखा। एंडोक्राइन सिस्टम आप फिर डिस्कस करांगे, ठीक है। पहला आप की करना बस ये नर्वस सिस्टम का अज आप फंडामेंटल थिंग डिस्कस कर ली बेटा, ठीक है। तो बेटा अज के लिए इन्ना ही। नैक्सट चैप्टर के आप रिफ्लैक्स एक्शन, वॉलंटरी एक्शन ते इनवॉलंटरी एक्शन दे विच डिफरेंसिस देखांगे, ठीक है। डिफरेंसिस देखांगे, नाल दी नाल आपां रिफ्लैक्स एक्शन बारे डिटेल च पढ़ांगे, ठीक है। तो हल्का फुल्का तुहानूं इन्हां चीज़ों बारे पता लग चुकिया, यू आर फैमिलीयर विद रिफ्लैक्स एक्शन, वॉलंटरी एक्शन एंड इनवॉलंटरी एक्शन। बट जो आप ज़्यादा डिटेल च जावांगे तो तुहानूं ज़्यादा पता लगूगा भी ब्रेन का किहड़ा हिस्सा वॉलंटरी एक्शन करवाउंदा, किहड़ा इनवॉलंटरी, वो कदों पता लगूगा, वो आपां नूं पता लगूगा जदों आपां ब्रेन की स्टडी करांगे, ठीक है। तो जी अज के लिए इन्ना ही, फिर मिलते हैं बेटा नैक्सट लैक्चर दे विच।